ਧੰਨ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨਾ ਸਿਮਰੋ ਅੰਗਦ ਦੋਖ ਨਿਕੰਦਨਾ। ਅਮਰਦਾਸ ਗੁਰ ਹਿਰਦੇ ਧਿਆਵੋ ਹਿਰਦੇ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਤ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਦੋਹਰਾ ਆਸ ਲੇਖਾ ਲਿਖ ਜਾਣ ਤੂੰ ਜਿਸ ਤੇ ਊਣ ਨ ਹੋਏ। ਲਿਖੋ ਨਾਮ ਤਿਹ ਸਿਫਤ ਲਿਖ ਅੰਤ ਨ ਪਰਿਉਰ ਕੋਏ। ਜੁਗੋ ਜੁਗ ਅਟਲ ਚਬਰ ਸ਼ਬਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਬਿਰਾਜਮਾਨ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੀਵਾਨਾਂ ਦੌਰਾਨ ਹਾਜ਼ਰੀਆਂ ਭਰ ਰਹੇ ਸਤਿਕਾਰਯੋਗ ਸਤਸੰਗੀ ਜਨੋ। ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ, ਸਤਿਗੁਰਾਂ ਜੀ ਦੀ ਅਪਾਰ ਰਹਿਮਤ ਹੋਈ ਹੈ, ਜਿਸ ਦੇ ਸਦਕਾ ਸਾਨੂੰ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ ਕਿ ਅਸੀਂ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠ ਕੇ ਜਿੱਥੇ ਸਤਿਗੁਰਾਂ ਜੀ ਦੀ ਪਾਵਨ ਬਾਣੀ ਦੇ ਨਾਲ ਕੀਰਤਨ ਰੂਪ ਦੇ ਵਿੱਚ ਸਾਂਝ ਪਾਉਂਦੇ ਹਾਂ, ਉਸ ਦੇ ਨਾਲ ਨਾਲ ਰੋਜ਼ਾਨਾ ਹੀ ਗੁਰੂ ਇਤਿਹਾਸ ਤੋਂ ਵੀ ਜਾਣੂ ਹੁੰਦੇ ਹਾਂ। ਦਾਸ ਤੋਂ ਪਹਿਲਾਂ ਆਪ ਜੀਆਂ ਨੇ ਬੜੇ ਹੀ ਸਤਿਕਾਰ ਦੇ ਨਾਲ ਇਕਾਗਰਚਿਤ ਹੋ ਕੇ ਗੁਰੂ ਪਿਆਰਿਆਂ ਪਾਸੋਂ ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਦਾ
ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਉਪਰੰਤ ਚੱਲ ਰਹੀ ਲੜੀਵਾਰ ਕਥਾ ਦੇ ਤਹਿਤ ਆਪ ਜੀਆਂ ਦੇ ਨਾਲ ਵਿਚਾਰਾ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਓ ਅੱਜ ਦੇ ਇਸ ਪ੍ਰਸੰਗ ਦੀ ਆਰੰਭਤਾ ਕਰਨ ਤੋਂ ਪਹਿਲਾਂ ਕੁਝ ਪੰਛੀ ਝਾਤ ਕੱਲ ਦੇ ਦੀਵਾਨਾਂ ਅੰਦਰ ਮਾਰ ਲੈਂਦੇ ਹਾਂ, ਤਾਂ ਜੋ ਅੱਜ ਦਾ ਇਹ ਪ੍ਰਸੰਗ ਸਮਝਣ ਦੇ ਵਿੱਚ ਸਾਨੂੰ ਕੋਈ ਮੁਸ਼ਕਲ ਨਾ ਆਵੇ। ਇਹ ਜੋ ਪ੍ਰਸੰਗ ਚੱਲ ਰਿਹਾ ਹੈ, ਜੋ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚੋਂ ਪੂਰਵ ਰਾਧ ਅਧਿਆਏ ਦਾ 6ਵਾਂ ਪ੍ਰਸੰਗ ਹੈ ਨਾ, ਜਿਸ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਪਾਂਧੇ ਦੇ ਕੋਲ ਸਿੱਖਿਆ ਪ੍ਰਾਪਤ ਕਰਨ ਦੇ ਲਈ ਜਾਂਦੇ ਨੇ ਤੇ ਪਾਂਧੇ ਦੇ ਨਾਲ ਵਿਚਾਰ ਚਰਚਾ ਹੁੰਦੀ ਹੈ ਤੇ ਸਤਿਗੁਰੂ ਜੀ ਪਾਂਧੇ ਨੂੰ ਉਪਦੇਸ਼ ਦਿੰਦੇ ਹੋਏ ਸ਼ਬਦ ਉਚਾਰਨ ਕਰਦੇ ਨੇ। ਕੱਲ ਦੇ ਦੀਵਾਨਾਂ ਦੇ ਵਿੱਚ ਅਸੀਂ ਸਰਵਣ ਕੀਤਾ ਕਿ ਜੋ ਸ਼ਬਦ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਪਾਂਧੇ ਲਈ ਵਰਤਿਆ ਸੀ ਨਾ, ਜੋ ਪਾਂਧੇ ਦੇ ਪ੍ਰਤੀ ਉਚਾਰਨ ਕੀਤਾ ਸੀ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 16 ਦੇ ਉੱਤੇ ਸ਼੍ਰੀ ਰਾਗ ਦੇ ਅੰਦਰ 6ਵਾਂ ਸ਼ਬਦ ਹੈ ਤੇ ਉਸ ਦਾ ਵਿਖਿਆਨ ਕਵੀ ਜੀ ਹੁਣ ਟੀਕਾ ਕਰਕੇ ਸਮਝਾਉਣਾ ਕਰਦੇ ਨੇ ਕਿ ਕਿਸ ਤਰ੍ਹਾਂ ਮਨੁੱਖ ਨੂੰ ਆਪਣੇ ਜੀਵਨ ਦੇ ਵਿੱਚ ਸੰਸਾਰਕ ਮਮਤਾ ਨੂੰ ਸਾੜ ਕੇ, ਸੰਸਾਰਕ ਮੋਹ ਨੂੰ ਤਿਆਗ ਕੇ ਤੇ ਆਪਣੇ ਦੁੱਖਾਂ ਨੂੰ ਦੂਰ ਕਰਨਾ ਚਾਹੀਦਾ ਹੈ ਤੇ ਸ਼ਰਧਾ ਰੂਪੀ ਧਾਰਨ ਕਰਕੇ, ਸ਼ਰਧਾ ਧਾਰਨ ਕਰਕੇ ਤੇ ਆਪਣੇ ਸਰੀਰ ਦਾ ਹੰਕਾਰ, ਦੇਹ ਦਾ ਅਭਿਮਾਨ ਛੱਡ ਦੇਣਾ ਚਾਹੀਦਾ ਹੈ ਤੇ ਆਪਣੀ ਬੁੱਧੀ ਨੂੰ ਕਾਗਜ਼ ਬਣਾ ਕੇ, ਆਪਣੀ ਬੁੱਧੀ ਨੂੰ ਕਾਗਜ਼ ਬਣਾ ਕੇ ਇਸ ਦੇ ਉੱਤੇ ਮਨ ਦੇ ਰਾਹੀਂ ਲਿਖਾਰੀ ਬਣਾਉਣਾ ਹੈ ਤੇ ਗੁਰੂ ਨੂੰ ਪੁੱਛ ਕੇ ਵਿਚਾਰ ਲਿਖਣੀ ਹੈ। ਇਹ ਸਾਰਾ ਕੁਝ ਅਸੀਂ ਕੱਲ ਦੇ ਦੀਵਾਨਾਂ ਦੇ ਅੰਦਰ ਵਿਚਾਰ ਸਰਵਣ ਕਰ ਚੁੱਕੇ ਹਾਂ। ਆਓ ਅਗਲੇਰੇ ਇਸ ਪ੍ਰਸੰਗ ਦੀ ਆਰੰਭਤਾ ਕਰਨ ਤੋਂ ਪਹਿਲਾਂ ਗੁਰੂ ਘਰ ਦੀ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਕਲਗੀਧਰ ਪਿਤਾ ਜੀ ਵੱਲੋਂ ਬਖਸ਼ੀ ਹੋਈ ਫਤਿਹ ਨਾਲ ਸਾਂਝ ਪਾਈਏ ਜੀ। ਦੋਵੇਂ ਹੱਥ ਜੋੜ ਕੇ ਪਿਆਰ ਸਤਿਕਾਰ ਨਾਲ ਫਤਿਹ ਪ੍ਰਵਾਨ ਕਰੋ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਸ ਲੇਖਾ ਲਿਖ ਜਾਣ ਤੂੰ, ਜਿਸ ਤੇ ਊਣ ਨਾ ਹੋਏ, ਲਿਖੋ ਨਾਮ ਤੇ ਸਿਫਤ ਲਿਖ, ਅੰਤ ਨਾ ਪਰੇ ਉਰ ਕੋਏ। ਹੁਣ ਪਾਤਸ਼ਾਹ ਜੀ ਪਾਂਧੇ ਨੂੰ ਸਮਝਾਉਂਦੇ ਨੇ ਤੇ ਕਵੀ ਜੀ ਉਸ ਸ਼ਬਦ ਦਾ ਵਿਖਿਆਨ ਕਰਦੇ ਆਖਦੇ ਨੇ ਕਿ ਆਪਣੇ ਮਨ ਦੇ ਵਿੱਚ, ਆਪਣੇ ਜੀਵਨ ਦੇ ਵਿੱਚ ਇਹੋ ਜਿਹਾ ਲੇਖਾ ਲਿਖ, ਇਹੋ ਜਿਹੀ ਵਿਚਾਰ ਲਿਖ, ਤਾਂ ਜੋ ਜਿੱਥੇ ਕਿਤੇ ਵੀ ਤੇਰਾ ਹਿਸਾਬ ਕਿਤਾਬ ਪੁੱਛਿਆ ਜਾਵੇ ਨਾ, ਜਦੋਂ ਤੈਨੂੰ ਜਮਾਂ ਦੀ ਮੌਤ ਪਵੇ, ਜਦੋਂ ਤੈਨੂੰ ਵਿਕਾਰਾਂ ਦੀ ਮੌਤ ਪਵੇ, ਤਾਂ ਤੈਨੂੰ ਕਿਸੇ ਵੀ ਤਰ੍ਹਾਂ ਦਾ ਪਛਤਾਵਾ ਨਾ ਹੋਵੇ। ਤਾਂ ਤੂੰ ਇਹੋ ਜਿਹੀ ਵਿਚਾਰ ਲਿਖ। ਲਿਖੋ ਨਾਮ ਤੇ ਸਿਫਤ ਲਿਖ, ਕਿ ਵਾਹਿਗੁਰੂ ਦਾ ਨਾਮ, ਪਰਮਾਤਮਾ ਦੀ ਸਿਫਤ ਸਲਾਹ ਲਿਖਣੀ ਕਰ ਤੇ ਨਾਲ ਇਹ ਵੀ ਲਿਖ ਕਿ ਉਸ ਦਾ ਕੋਈ ਵੀ ਅਖੀਰ, ਅੰਤ, ਪਾਰ ਨਹੀਂ ਪਾਇਆ ਜਾ ਸਕਦਾ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇਸ ਤਰ੍ਹਾਂ ਤੂੰ ਆਪਣੇ ਜੀਵਨ ਦੇ ਵਿੱਚ ਇਹੋ ਜਿਹੀ ਵਿਚਾਰ ਲਿਖ। ਚੌਪਈ ਜਿਸ ਤਹਾਨ ਲੇਖਾ ਜਮ ਲਈ, ਸੱਚ ਨਿਸ਼ਾਨੀ ਹੇਰ ਮੁਚਈ। ਕਹਿੰਦੇ ਵੀ ਜਿਸ ਥਾਂ ਦੇ ਉੱਤੇ ਨਾ ਧਰਮਰਾਜ ਲੇਖਾ ਮੰਗਦਾ ਹੈ ਨਾ, ਉਹ ਸੱਚ ਦੀ ਨਿਸ਼ਾਨੀ ਵੇਖ ਕੇ ਕਹਿੰਦੇ ਫਿਰ ਛੱਡ ਦਿੰਦਾ ਹੈ। ਜਦੋਂ ਧਰਮਰਾਜ ਦੇ ਕੋਲ ਕਹਿੰਦੇ ਤੇਰਾ ਲੇਖਾ ਹੋਵੇਗਾ ਨਾ ਚੰਗੇ ਮੰਦੇ ਕਰਮਾਂ ਦਾ, ਜੇਕਰ ਤੂੰ ਜੀਵਨ ਦੇ ਵਿੱਚ ਮੋਹ ਨੂੰ ਤਿਆਗਿਆ ਹੋਵੇਗਾ, ਮੋਹ ਨੂੰ ਛੱਡ ਕੇ ਸਬਰ, ਸੰਤੋਖ, ਇਮਾਨਦਾਰੀ, ਇਤਾਦਕ ਚੰਗੇ ਗੁਣ ਜੀਵਨ ਦੇ ਅੰਦਰ ਧਾਰਨ ਕੀਤੇ ਹੋਣਗੇ ਨਾ, ਤਾਂ ਇਸ ਤੇਰੀ ਨਿਸ਼ਾਨੀ ਦੇਖ ਕੇ, ਤੇਰੇ ਚੰਗਾ ਕਿਰਦਾਰ ਦੇਖ ਕੇ, ਚੰਗੇ ਗੁਣਾਂ ਨੂੰ ਦੇਖ ਕੇ ਨਾ, ਧਰਮਰਾਜ ਵੀ ਤੈਨੂੰ ਕਹਿੰਦੇ ਕੁਝ ਨਹੀਂ ਆਖੇਗਾ, ਧਰਮਰਾਜ ਵੀ ਤੈਨੂੰ ਛੱਡ ਦੇਵੇਗਾ। ਕੋਸ਼ਪ ਹੋਏ ਸ਼ਾਕ ਹੋ ਜੈਸੇ, ਤੇ ਸੁਲਕ ਪ੍ਰਿਤ ਲੈ ਕੈਸੇ। ਕਹਿੰਦੇ ਵੀ ਮੰਨ ਲਓ ਬਾਦਸ਼ਾਹ ਦੇ ਕੋਲ ਇੱਕ ਖਜ਼ਾਨਚੀ ਵੀ ਹੁੰਦਾ ਹੈ ਤੇ ਖਜ਼ਾਨਚੀ ਦਾ ਕੰਮ ਅੱਜ ਦੇ ਤੌਰ ਦੇ ਉੱਤੇ ਜੇ ਕਹਿ ਲਈਏ ਅਸੀਂ, ਖਜ਼ਾਨਾ ਮੰਤਰੀ ਦਾ ਕੰਮ ਇਹ ਹੁੰਦਾ ਵੀ ਟੈਕਸ ਦਾ ਜਿਹੜਾ ਭੁਗਤਾਨ ਹੈ ਉਹ ਦੇਖਣਾ। ਕਹਿੰਦੇ ਖਜ਼ਾਨਚੀ ਬਾਦਸ਼ਾਹ ਦੇ ਕੋਲੋਂ ਕਿਸੇ ਵੀ ਤਰ੍ਹਾਂ ਦਾ ਟੈਕਸ ਨਹੀਂ ਲੈ ਸਕਦਾ ਤੇ ਨਾ ਹੀ ਉਸਦੇ ਕੋਲੋਂ ਕਰ ਦੀ ਉਹ ਮੰਗ ਕਰ ਸਕਦਾ ਹੈ। ਇਸੇ ਤਰ੍ਹਾਂ ਕਹਿੰਦੇ ਜਿਸ ਮਨੁੱਖ ਦੇ ਜੀਵਨ ਦੇ ਵਿੱਚ ਸੱਚ ਆ ਜਾਵੇ ਨਾ, ਸੱਚ ਦੀ ਵਿਚਾਰਧਾਰਾ ਆ ਜਾਵੇ, ਪਰਮਾਤਮਾ ਦੀ ਸਿਫਤ ਸਲਾਹ ਕਰਨ ਲੱਗ ਜਾਵੇ, ਕਹਿੰਦੇ ਫਿਰ ਪਰਮਾਤਮਾ ਤੇ ਉਸ ਮਨੁੱਖ ਦੇ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ।
ਉਹ ਮਨੁੱਖ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ। ਦੁਨੀਆ ਕਾਇਨਾਤ ਉਸ ਨੂੰ ਪਰਮਾਤਮਾ ਦਾ ਰੂਪ ਕਰਕੇ ਹੀ ਜਾਣਦੀ ਹੈ, ਪਰਮਾਤਮਾ ਦਾ ਰੂਪ ਕਰਕੇ ਹੀ ਉਸ ਦੀ ਪੂਜਾ ਕਰਦੀ ਹੈ। ਤੇ ਇਸੇ ਤਰ੍ਹਾਂ ਫਿਰ ਕਹਿੰਦੇ ਨੇ ਕਿ ਜਦੋਂ ਉਸ ਤੇ ਪਰਮਾਤਮਾ ਦੇ ਵਿਚਕਾਰ ਕੋਈ ਭੇਦ ਨਹੀਂ ਰਹਿ ਜਾਂਦਾ ਨਾ, ਭਾਵ ਪ੍ਰਭੂ ਦਾ ਭਗਤ ਪ੍ਰਭੂ ਦੇ ਬਰਾਬਰ ਹੋ ਜਾਂਦਾ, ਜਦੋਂ ਫਿਰ ਉਸ ਦਾ ਕੋਈ ਵੀ ਕੁਝ ਵੀ ਵਿਗਾੜ ਨਹੀਂ ਸਕਦਾ। ਧਰਮਰਾਜ ਵੀ ਕਹਿੰਦੇ ਉਸ ਦਾ ਸੇਵਕ ਬਣ ਜਾਂਦਾ। ਜਿਹਨੇ ਲੇਖਾ ਕਰਨਾ ਸੀ ਨਾ, ਫਿਰ ਉਹ ਵੀ ਉਸ ਦਾ ਸੇਵਕ ਬਣ ਜਾਂਦਾ ਹੈ। ਆਪ ਪਾਇਨ ਦੇ ਮਿਲੇ ਹੈ, ਡਰ ਉਰ ਕਰ ਪੁਨ ਸੁਖ ਚ ਚਲੇ ਹੈ। ਕਹਿੰਦੇ ਜਿਸ ਨੂੰ ਆਪ ਉਹ ਪਰਮਾਤਮਾ ਮਿਲ ਪਵੇ ਨਾ, ਜਿਸ ਦੀ ਮਦਦ, ਜਿਸ ਦਾ ਸਲਾਹਕਾਰ, ਜਿਸ ਦਾ ਸਹਾਇਤਾ ਕਰ ਉਹ ਪਰਮਾਤਮਾ ਆਪ ਹੋ ਜਾਵੇ ਨਾ, ਡਰ ਉਰ ਕਰ ਪੁਨ ਸੁਖ ਚ ਚਲੇ ਹੈ। ਉਰ ਦਾ ਭਾਵ ਹੈ ਹਿਰਦਾ, ਡਰ ਦਾ ਭਾਵ ਹੈ ਡਰ। ਵੀ ਉਸ ਮਨੁੱਖ ਦੇ ਹਿਰਦੇ ਦੇ ਵਿੱਚ ਜਿਹੜੇ ਸਾਰੇ ਡਰ ਨੇ ਨਾ, ਫਿਰ ਉਹ ਦੂਰ ਹੋ ਜਾਂਦੇ ਨੇ। ਉਸ ਨੂੰ ਜਮਾਂ ਦਾ ਕੋਈ ਡਰ ਨਹੀਂ ਰਹਿੰਦਾ। ਉਸ ਦੇ ਜੀਵਨ ਦੇ ਵਿੱਚ ਵਿਕਾਰਾਂ ਦਾ ਕਿਤੇ ਵੀ ਥਾਂ ਟਿਕਾਣਾ ਨਹੀਂ ਰਹਿੰਦਾ। ਅਸ ਲੇਖਾ ਜੇ ਤੁਰ ਪਾਂਦਾ, ਉਧਰੇ ਕੋ ਪਵ ਸਿੰਧ ਅਗਾਦਾ। ਕਹਿੰਦੇ ਹੇ ਪਾਂਦੇ, ਤੂੰ ਵੀ ਆਪਣੇ ਜੀਵਨ ਦੇ ਵਿੱਚ ਇਹੋ ਜਿਹਾ ਸੱਚ ਇਕੱਠਾ ਕਰ, ਇਹੋ ਜਿਹਾ ਲੇਖਾ ਧਾਰਨ ਕਰ, ਤਾਂ ਜੋ ਤੇਰਾ ਉਧਾਰ ਹੋ ਜਾਵੇ, ਤਾਂ ਜੋ ਤੂੰ ਸੰਸਾਰ ਸਾਗਰ ਨੂੰ ਪਾਰ ਕਰ ਸਕੇਗਾ। ਜੇਕਰ ਤੂੰ ਆਪਣੇ ਜੀਵਨ ਦੇ ਵਿੱਚ ਪਰਮਾਤਮਾ ਦੇ ਨਾਮ ਦੀ ਅਰਾਧਨਾ ਕਰੇਂਗਾ। ਜੀਵ ਅਨੋਜ ਜਾਏ ਜਿਹ ਜਾਈ, ਪਰਮ ਮੀਤ ਜਿਉ ਤਹਾਂ ਸਹਾਈ। ਕਹਿੰਦੇ ਜਿਹੜਾ ਨਿਤਾਣਾ ਜੀਵ ਹੈ ਨਾ, ਜਿਸ ਨੂੰ ਕਿਸੇ ਦਾ ਆਸਰਾ ਨਹੀਂ ਦੁਨਿਆਵੀ ਤੌਰ ਦੇ ਉੱਤੇ, ਫਿਰ ਜਦੋਂ ਪਰਮਾਤਮਾ ਦਾ ਓਟ ਆਸਰਾ ਤੱਕ ਲੈਂਦਾ ਹੈ, ਪਰਮਾਤਮਾ ਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ ਨਾ, ਫਿਰ ਇਹੋ ਜਿਹਾ ਜੀਵ ਦੁਨੀਆ ਦੇ ਉੱਤੇ ਜਿੱਥੇ ਕਿਤੇ ਵੀ ਜਾਂਦਾ, ਪਰਮਾਤਮਾ ਆਪ ਉਸ ਦੀ ਸਹਾਇਤਾ ਕਰਦਾ ਹੈ। ਸਾਰਬ ਭੂਮ ਸ਼ਰਨ ਜਿਹ ਪਰਨਾ, ਤਿਹ ਨਰ ਉਰ ਡਰ ਕਿਉਂ ਫਿਰ ਕਰਨਾ। ਕੀ ਕਹਿੰਦੇ ਜਿਹੜਾ ਵੀ ਸਾਰਬ ਭੂਮ ਦਾ ਭਾਵ ਹੈ ਕਿ ਚੱਕਰਵਰਤੀ, ਜਿਹੜਾ ਵੀ ਉਸ ਵਿਅਕਤੀ ਉਸ ਚੱਕਰਵਰਤੀ ਪ੍ਰਭੂ ਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ ਨਾ, ਉਸ ਵਿਅਕਤੀ ਨੂੰ ਫਿਰ ਕਹਿੰਦੇ ਤਿੰਨ ਨਰ ਉਰ ਡਰ ਕਿਉਂ ਫਿਰ ਕਰਨਾ। ਵੀ ਉਸ ਮਨੁੱਖ ਨੇ ਆਪਣੇ ਹਿਰਦੇ ਦੇ ਵਿੱਚ, ਆਪਣੇ ਮਨ ਦੇ ਵਿੱਚ ਡਰ ਕਿਸ ਤਰ੍ਹਾਂ ਦਾ ਕਹਿੰਦੇ ਕਰਨਾ ਹੈ, ਡਰ ਕਿਉਂ ਮੰਨਣਾ ਹੈ। ਭਾਵ ਉਹ ਡਰ ਰਹਿਤ ਹੋ ਜਾਂਦਾ ਮਨੁੱਖ। ਜਿਹੜਾ ਮਨੁੱਖ ਪਰਮਾਤਮਾ ਦੀ ਸ਼ਰਨ ਦੇ ਵਿੱਚ ਆ ਜਾਵੇ ਨਾ, ਫਿਰ ਉਸ ਨੂੰ ਮੌਤ ਦਾ ਡਰ ਨਹੀਂ ਰਹਿੰਦਾ। ਉਹ ਇਹਨਾਂ ਚੀਜ਼ਾਂ ਤੋਂ, ਇਹ ਡਰ ਤੋਂ ਭੈ ਮੁਕਤ ਹੋ ਜਾਂਦਾ ਹੈ। ਸੁਨ ਸ਼੍ਰੋਣਨ ਮਨ ਗੁਣੇ ਪੁਨ ਪਾਦੇ, ਅਚਰਜ ਚੀਨ ਦੁਤਿਆ ਇੰਦਰਾ ਕਿੰਦ ਜਿਉ ਜੋ ਨਾ ਬੈਨ ਇਨਕੀਨਾ। ਕਹਿੰਦੇ ਵੀ ਜਦੋਂ ਪਾਉਂਦੇ ਨੇ ਨਾ ਆਪਣੇ ਕੰਨਾਂ ਦੇ ਨਾਲ ਸਤਿਗੁਰਾਂ ਜੀ ਤੋਂ ਇਹ ਪਾਵਨ ਬਚਨ ਸਰਵਣ ਕੀਤੇ ਨਾ, ਇਹ ਸ਼ਬਦ ਸਤਿਗੁਰਾਂ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਸਰਵਣ ਕੀਤਾ ਨਾ, ਉਹ ਪਾਂਦਾ ਵੀ ਬਹੁਤ ਹੈਰਾਨ ਰਹਿ ਗਿਆ। ਕਹਿੰਦਾ ਵੀ ਇਸ ਬਾਲਕ ਉਮਰ ਦੇ ਵਿੱਚ, ਇਸ ਛੋਟੀ ਉਮਰ ਦੇ ਵਿੱਚ ਮੈਨੂੰ ਐਡਾ ਵੱਡਾ ਉਪਦੇਸ਼ ਦੇ ਕੇ ਚੱਲੇ ਨੇ। ਕਹਿੰਦੇ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਪੂਰਨਮਾਸ਼ੀ ਨੂੰ ਪੁੰਨਿਆਂ ਦਾ ਕਹਿੰਦੇ ਚੰਦਰਮਾ ਦੇ ਵਾਂਗ ਹੈ ਇਸ ਦਾ ਪ੍ਰਤਾਪ, ਕਿ ਛੋਟੀ ਉਮਰ ਦੇ ਵਿੱਚ ਇੰਨਾ ਹੀ ਗਿਆਨ ਇਕੱਠਾ ਕੀਤਾ ਹੋਇਆ ਹੈ, ਤੇ ਇਸ ਦੇ ਵਰਗਾ ਮੈਂ ਅੱਜ ਤੱਕ ਨਹੀਂ ਦੇਖਿਆ। ਚੌਪਈ ਚਿੱਤ ਚਕੋਰ ਰੁਚ ਚਮਕੀ ਚਾਰੂ, ਬਾਲਣ ਤੁਲਨਾ ਬਾਲਿਆ ਚਾਰੂ। ਆਮ ਤੌਰ ਦੇ ਉੱਤੇ ਜਦੋਂ ਅਸੀਂ ਗੁਰਬਾਣੀ ਵੀ ਪੜ੍ਹਦੇ ਨਾ, ਗੁਰਬਾਣੀ ਦੇ ਵਿੱਚ ਵੀ ਚੰਦਰਮਾ ਤੇ ਚਕੋਰ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਨੇ। ਚਕੋਰ ਕੀ ਕਰਦੇ, ਚਕੋਰ ਦੇ ਨਾ ਇੱਛਾ ਹੁੰਦੀ ਚੰਦਰਮਾ ਨੂੰ ਦੇਖਣ ਦੀ, ਤੇ ਉਸ ਦੇ ਨਾਲ ਮੋਹ ਦੇ ਵਿੱਚ ਫਸ ਕੇ ਚਕੋਰ ਜਿਹੜੀ ਹੈ ਨਾ, ਜਦੋਂ ਚੰਦਰਮਾ ਚੜ੍ਹਦਾ ਹੈ, ਚਕੋਰ ਇੱਕ ਥਾਂ ਦੇ ਉੱਤੇ ਬੈਠ ਕੇ ਚੰਦਰਮਾ ਨੂੰ ਦੇਖਦੀ ਰਹਿੰਦੀ ਹੈ। ਤੇ ਉਸ ਨੂੰ ਦੇਖਦੇ ਦੇਖਦੇ ਸਾਰੀ ਰਾਤ ਜਿਸ ਤਰ੍ਹਾਂ ਚੰਦਰਮਾ ਗਤੀ ਕਰਦਾ ਹੈ, ਚੰਦਰਮਾ ਅੱਗੇ ਨੂੰ ਵੱਧਦਾ ਜਾਂਦਾ ਹੈ ਨਾ, ਤਾਂ ਉਹ ਚਕੋਰ ਵੀ ਆਪਣੀ ਗਰਦਨ ਉਸੇ ਥਾਂ ਦੇ ਉੱਤੇ ਬੈਠੀ ਘੁਮਾਉਂਦੀ ਰਹਿੰਦੀ। ਤੇ ਅੰਤ ਨੂੰ ਜਦੋਂ ਉਸ ਦੀ ਧੌਣ ਨੂੰ, ਉਸ ਦੀ ਗਰਦਨ ਨੂੰ ਬਲ ਪੈ ਜਾਂਦਾ, ਤੇ ਉੱਥੇ ਉਸ ਮੋਹ ਦੇ ਵੱਸ ਪੈ ਕੇ ਉਹ ਮਰ ਜਾਂਦੀ। ਭਾਵ ਉਸ ਚਕੋਰ ਦੀ ਚੰਦਰਮਾ ਦੇ ਪ੍ਰਤੀ ਇੰਨੀ ਪ੍ਰੀਤ ਹੈ, ਇੰਨਾ ਪਿਆਰ ਹੈ। ਇਸੇ ਤਰ੍ਹਾਂ ਕਹਿੰਦੇ ਵੀ ਜਿਹੜਾ ਪਾਂਧਾ ਹੈ ਨਾ, ਪਾਂਧੇ ਦੇ ਮਨ ਦੇ ਵਿੱਚ ਵੀ ਚਕੋਰ ਦੇ ਵਾਂਗ
जिस तरह चकोर चंद्रमा नूं देखना पसंद करदी है ना, इसे तरह पांधा भी हुण इस बालक नूं अपणीਆਂ ਅੱਖਾਂ ਦੇ ਨਾਲ ਵੇਖਣਾ ਚਾਹੁੰਦਾ ਹੈ ਵੀ ਚੰਗੀ ਤਰ੍ਹਾਂ ਮੈਂ ਇਹਨੂੰ ਦੇਖਾਂ, ਇਸ ਦੇ ਕੋਲ ਰਵਾਂ, ਇਸ ਦੇ ਕੋਲੋਂ ਹੋਰ ਉਪਦੇਸ਼ ਧਾਰਨ ਕਰਾਂ। ਤੇ ਇਸੇ ਤਰ੍ਹਾਂ ਪਾਂਧਾ ਵੀ ਹੁਣ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਉਹਨਾਂ ਦੀ ਪ੍ਰੀਤ ਦੇ ਵਿੱਚ ਭਿੱਜ ਗਿਆ ਹੈ, ਉਹਨਾਂ ਦੇ ਬਚਨਾਂ ਦੇ ਵਿੱਚ ਭਿੱਜ ਗਿਆ ਹੈ। ਕਲਾ ਵਿਸਾਲ ਦਿਆਲ ਪਲ ਭਾਂਤੀ, ਜਨ ਕਲਮਲ ਕਲ ਬਲ ਆਰਾਤੀ। ਕਹਿੰਦਾ ਵੀ ਦੁਨੀਆ ਦੇ ਵਿੱਚ ਇਸ ਬਾਲਕ ਦੇ ਬਰਾਬਰ ਦਾ ਹੋਰ ਕੋਈ ਨਹੀਂ ਦੇਖਿਆ। ਮੇਰੇ ਕੋਲ ਕਿੰਨੇ ਬੱਚੇ ਪੜ੍ਹਨ ਆ ਗਏ, ਜਾਂ ਹੋਰ ਦੁਨਿਆਵੀ ਤੌਰ ਦੇ ਉੱਤੇ ਵੀ ਜਦੋਂ ਵਿਚਰਦਾ ਨਾ ਮੈਂ ਬੱਚਿਆਂ ਨੂੰ ਦੇਖਦਾ, ਇਸ ਬਾਲਕ ਦੇ ਬਰਾਬਰ ਦਾ ਹੋਰ ਇਸ ਦੁਨੀਆ ਦੇ ਉੱਤੇ ਕੋਈ ਨਹੀਂ, ਇਸ ਦੀ ਬਰਾਬਰੀ ਨਹੀਂ ਕਰ ਸਕਦਾ। ਇਹ ਵਿਸ਼ਾਲ ਕਹਿੰਦੇ ਕਲਾਤਮਕ ਦਿਆਲਤਾ ਦਾ ਸਰੂਪ ਹੈ, ਇਹ ਦਿਆਲੂ ਹੈ, ਇਹ ਕਿਰਪਾਲੂ ਹੈ। ਕਹਿੰਦੇ ਵੀ ਮੰਨ ਲਓ ਜਨ ਕਲ ਮਲ ਕਲ ਬਲ ਆਰਾਤੀ, ਵੀ ਇਸ ਤਰ੍ਹਾਂ ਲੱਗਦਾ ਵੀ ਇਸ ਮਨੁੱਖ ਨੇ ਨਾ, ਇਸ ਬਾਲਕ ਨੇ ਕਲਯੁਗ ਦੇ ਜਿਹੜੇ ਜੀਵ ਨੇ ਉਹਨਾਂ ਦੇ ਪਾਪਾਂ ਦਾ ਨਾਸ਼ ਕਰਨ ਦੇ ਲਈ ਇਸ ਕਲਯੁਗ ਦੇ ਸਮੇਂ ਦੇ ਵਿੱਚ ਕਹਿੰਦੇ ਅਵਤਾਰ ਧਾਰਨ ਕੀਤਾ ਹੈ। ਇਹ ਪਾਂਧਾ ਵੀ ਹੁਣ ਇਸ ਬਾਲਕ ਦੀ ਲੀਲਾ ਨੂੰ ਸਮਝਣ ਲੱਗ ਪਿਆ। ਪਾਂਧੇ ਦੇ ਵੀ ਮਨ ਦੇ ਵਿੱਚ ਕੁਝ ਨਾ ਕੁਝ ਵਿਚਾਰ ਦਾ ਟਿਕਾ ਆਇਆ, ਉਸ ਦੇ ਮਨ ਨੂੰ ਵੀ ਟਿਕਾ ਆ ਗਿਆ। ਤੇ ਹੁਣ ਪਾਂਧਾ ਵੀ ਗੁਰੂ ਜੀ ਦਾ ਸ਼ਰਧਾਲੂ ਬਣ ਗਿਆ, ਗੁਰੂ ਜੀ ਦਾ ਸਿੱਖ ਬਣ ਗਿਆ। ਸੂਝ ਪਰੀ ਪੂਜਨ ਹਿਤ ਉਦਤਿਓ, ਕਮਲ ਬਦਨ ਅਲ ਬਚ ਗੁਰ ਬਿਦਤਿਓ। ਕਹਿੰਦੇ ਵੀ ਜਦੋਂ ਸਾਰੀ ਗੱਲ ਦੀ ਸਮਝ ਆਈ ਤਾਂ ਫਿਰ ਹੁਣ ਪਾਂਧਾ ਪੁੱਛਣ ਵਾਸਤੇ ਤਿਆਰ ਹੋ ਗਿਆ ਗੁਰੂ ਨਾਨਕ ਸਾਹਿਬ ਜੀ ਨੂੰ, ਕਮਲ ਬਦਨ ਅਲ ਬਚ ਗੁਰ ਬਿਦਤਿਓ। ਤੇ ਫਿਰ ਉਸ ਭੋਰੇ ਰੂਪੀ ਸ਼ਬਦ ਗੁਰੂ ਜੀ ਦੇ ਕਮਲ ਵਰਗੇ ਮੁਖੜੇ ਸਨਮੁਖ ਪ੍ਰਗਟ ਕੀਤੇ। ਤੇ ਫਿਰ ਗੁਰੂ ਸਾਹਿਬ ਜੀ ਨੇ ਉਸ ਦੇ ਲਈ ਆਪਣੇ ਸਨਮੁਖ ਤੋਂ, ਆਪਣੇ ਮੁਖ ਤੋਂ ਕੁਝ ਬਚਨ ਉਚਾਰਨ ਕੀਤੇ। ਆਰਜ ਸੁਜਨ ਭਜਨ ਜਲ ਮੀਨਾ, ਸੁਨੇ ਸੋ ਦੇਖੇ ਮੈਂ ਅਤ ਦੀਨਾ। ਕਹਿੰਦੇ ਸ੍ਰੇਸ਼ਟ ਭਗਤ, ਕਹਿੰਦੇ ਜਿਸ ਤਰ੍ਹਾਂ ਮੱਛੀ ਪਾਣੀ ਦੇ ਵਿੱਚ ਰਹਿੰਦੀ ਹੈ ਨਾ, ਪਾਣੀ ਤੋਂ ਬਿਨਾਂ ਮਰ ਜਾਂਦੀ ਹੈ, ਤੇ ਇਸੇ ਤਰ੍ਹਾਂ ਕਹਿੰਦੇ ਵੀ ਮੈਂ ਗਰੀਬ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਉਸ ਸ੍ਰੇਸ਼ਟ ਗੁਰੂ ਦੇ ਜਦੋਂ ਬਚਨ ਸੁਣੇ ਨਾ, ਮੇਰੀ ਵੀ ਹਾਲਤ ਇਹੋ ਜਿਹੀ ਹੋ ਗਈ ਵੀ ਮੈਂ ਵੀ ਇਹੋ ਜਿਹਾ ਹੋ ਗਿਆ ਵੀ ਮੇਰਾ ਹੁਣ ਉਹਨਾਂ ਤੋਂ ਬਿਨਾਂ ਗੁਜ਼ਾਰਾ ਨਹੀਂ ਹੈਗਾ। ਜੇਕਰ ਉਹਨਾਂ ਤੋਂ ਮੈਂ ਵਿਛੜਾਂਗਾ ਤਾਂ ਮੈਂ ਸਮਝਾਂਗਾ ਵੀ ਮੈਂ ਵੀ ਮਰ ਗਿਆ ਹਾਂ। ਅਸਨ ਵਸਨ ਤਨ ਪ੍ਰਾਪਤ ਨਾਹੀ, ਆ ਵੇਖਾਂ ਹੈ ਰੰਗ ਸੇ ਆਹੀ। ਕਹਿੰਦੇ ਮੈਂ ਬਹੁਤ ਰੰਗ ਹਾਂ, ਭਾਵ ਗਰੀਬ ਹਾਂ। ਮੇਰੇ ਕੋਲ ਅਸਨ ਵਸਨ ਤਨ ਭੋਜਨ ਤੇ ਭਾਵ ਕੱਪੜੇ ਪ੍ਰਾਪਤ ਨਹੀਂ ਹਨ, ਮੇਰੇ ਕੋਲ ਇਹ ਸਾਰਾ ਕੁਝ ਨਹੀਂ ਹੈ। ਮੇਰਾ ਕਹਿੰਦੇ ਜਿਹੜਾ ਰਹਿਣਾ ਸਹਿਣਾ ਖਾਣਾ ਪੀਣਾ ਹੈ ਨਾ, ਉਹ ਗਰੀਬਾਂ ਵਰਗਾ ਹੈ। ਇਸ ਕਰ ਮੁਰ ਉਰ ਸ਼ਰਦਾ ਹਾਨੀ, ਸਿਰ ਵਰਨਾ ਸਭ ਹਿਨ ਇੱਕ ਸਾਰੀ। ਹੁਣ ਪਾਂਧਾ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਪੜ੍ਹਾਉਂਦਾ ਹੈ ਨਾ, ਤਾਂ ਉਸ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਦੇ ਕੋਲੋਂ ਇਹ ਗੱਲ ਸੁਣਨੀ ਸੀ। ਮਹਿਤਾ ਕਾਲੂ ਜੀ ਨੇ ਪਾਂਧੇ ਨੂੰ ਇਹ ਵਚਨ ਆਖੇ ਸਨ ਵੀ ਮੇਰੇ ਪੁੱਤਰ ਨੂੰ ਵਧੀਆ ਤਰੀਕੇ ਨਾਲ ਜੇਕਰ ਤੂੰ ਪੜ੍ਹਾਏਗਾ ਨਾ, ਤੈਨੂੰ ਮੈਂ ਧਨ ਦੌਲਤ ਦੇਵਾਂਗਾ। ਹੁਣ ਪਾਂਧਾ ਇੱਥੇ ਆਖਦਾ ਵੀ ਮੈਂ ਘਰ ਦੇ ਵਿੱਚ ਵੱਲੋਂ ਬਹੁਤ ਗਰੀਬ ਹਾਂ, ਮੇਰੇ ਕੋਲ ਰਹਿਣ ਸਹਿਣ ਦੇ ਲਈ ਵੀ ਚੰਗਾ ਘਰ-ਬਾਰ ਨਹੀਂ, ਨਾ ਹੀ ਭੋਜਨ ਹੈ, ਨਾ ਹੀ ਬਸਤਰ ਹੈ। ਤੇ ਹੁਣ ਮੈਂ ਗਰੀਬ ਹਾਂ, ਤੇ ਕਹਿੰਦੇ ਮੈਂ ਗਰੀਬੀ ਬਸ ਪੈ ਕੇ ਮੈਂ ਲਾਲਚ ਕਰਦਾ ਸੀ ਵੀ ਮੇਰੇ ਘਰ ਦਾ ਕਿਸੇ ਤਰ੍ਹਾਂ ਗੁਜ਼ਾਰਾ ਚੱਲ ਪਵੇ, ਮੈਂ ਘਰ ਦੇ ਵਿੱਚ ਚੰਗੀ ਤਰ੍ਹਾਂ ਸੌਖੇ ਤਰੀਕੇ ਦੇ ਨਾਲ ਸੁੱਖਾ ਭਰਿਆ ਜੀਵਨ ਬਤੀਤ ਕਰ ਸਕਾਂ। ਹੁਣ ਜਦੋਂ ਗੁਰੂ ਸਾਹਿਬ ਜੀ ਦਾ ਇਹ ਪਾਵਨ ਬਚਨ ਉਸਨੇ ਸਰਵਣ ਕੀਤਾ, ਜਦੋਂ ਗੁਰੂ ਸਾਹਿਬ ਜੀ ਦੀ ਵਿਚਾਰ ਸਰਵਣ ਕੀਤੀ ਨਾ, ਪਾਂਧਾ ਕਹਿੰਦਾ ਵੀ ਕੀ ਕੋਈ ਗੱਲ ਨਹੀਂ, ਵੀ ਜੇਕਰ ਮੈਂ ਗਰੀਬ ਵੀ ਆ ਨਾ ਤਾਂ ਮੈਨੂੰ ਕਿਸੇ ਵੀ ਤਰ੍ਹਾਂ ਦਾ ਡਰ ਨਹੀਂ। ਕਹਿੰਦਾ ਸਾਰਿਆਂ ਨੇ ਇੱਕ ਨਾ ਇੱਕ ਦਿਨ ਮਰ ਜਾਣਾ ਹੈ, ਤੇ ਇਸ ਵਿੱਚ ਕਹਿੰਦਾ ਕੋਈ ਭਿੰਨ ਭੇਦ ਨਹੀਂ, ਕੋਈ ਵੀ ਭੇਦ ਭਾਵ ਨਹੀਂ ਹੈਗਾ, ਵੀ ਸਾਰਿਆਂ ਦੀ ਇੱਕ ਨਾ ਇੱਕ ਦਿਨ ਮੌਤ ਆਣੀ ਹੈ। ਪਰ ਮੈਂ ਹੁਣ ਆਪਣੇ ਦਿਲ ਦੇ ਵਿੱਚ ਸ਼ਰਧਾ ਧਾਰਨ ਕਰ ਲਈ ਹੈ। ਮੈਂ ਪਹਿਲਾਂ ਸ਼ਰਧਾਹੀਨ ਹੋ ਗਿਆ ਸੀ, ਉਸ ਪਰਮਾਤਮਾ ਨੂੰ ਭੁੱਲ ਗਿਆ ਸੀ, ਪਰਮਾਤਮਾ ਦੀ ਸਿਫਤ ਸਲਾਹ ਦੇ ਨਾਲੋਂ ਟੁੱਟ ਗਿਆ ਸੀ, ਉਸ ਦੀ ਬੰਦਗੀ ਤੋਂ ਟੁੱਟ ਗਿਆ ਸੀ। ਪਰ ਹੁਣ ਮੈਨੂੰ ਸਮਝ ਆ ਗਈ ਹੈ, ਤੇ ਮੈਂ ਉਸ ਪਰਮਾਤਮਾ ਦੇ ਪ੍ਰਤੀ ਵੀ, ਗੁਰੂ ਸਾਹਿਬ ਜੀ ਦੇ ਪ੍ਰਤੀ ਵੀ ਸ਼ਰਧਾ ਧਾਰਨ ਕਰ ਲਈ ਹੈ। ਦੋਹਰਾ ਧਰਾ ਧੀਰ ਤਾ ਧਰਮ ਤੁਰ, ਪਾਂਦੇ ਕੇ ਸੁਣ ਬੈਨ
ਦੁਤਿਆ ਸ਼ਬਦ ਪਦ ਬਦਨ ਤੇ ਬਦਤੰਗ ਸ਼ਰਧਾ ਦੇਨ। ਧਰਤੀ ਨੂੰ ਆਸਰਾ ਦੇਣ ਵਾਲੇ, ਧਰਤੀ ਨੂੰ ਧੀਰਜ ਦੇਣ ਵਾਲੇ ਗੁਰੂ ਜੀ ਨੇ ਜਦੋਂ ਪਾਂਧੇ ਦੇ ਕੋਲੋਂ ਇਹ ਵਚਨ ਸੁਣੇ ਨਾ ਵੀ ਮੈਂ ਬਹੁਤ ਗਰੀਬ ਹਾਂ, ਕੰਗਾਲ ਹਾਂ, ਮੇਰੇ ਉੱਤੇ ਤਰਸ ਕਰੋ, ਮੇਰੇ ਉੱਤੇ ਦਇਆ ਕਰੋ, ਤਾਂ ਗੁਰੂ ਸਾਹਿਬ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਜਿਹੜਾ ਉਹ ਸ਼ਬਦ ਉਚਾਰਨ ਕੀਤਾ ਸੀ ਨਾ, ਉਸ ਦੇ ਨਾਲ ਹੀ ਅਗਲਾ ਬੰਦ ਵੀ ਪਾਂਧੇ ਦੇ ਪ੍ਰਤੀ ਉਚਾਰਨ ਕੀਤਾ। ਜਿੱਥੇ ਮਿਲੇ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ, ਤਿਨ ਮੁਖ ਟਿੱਕੇ ਨਿਕਲੇ ਜਿਨ ਮਨ ਸੱਚਾ ਨਾਉ। ਕਰਮ ਮਿਲੇ ਤਾਂ ਪਾਈਐ ਨਾਹੀ ਗੱਲੀ ਵਾਓ ਦੁਆਓ। ਹੁਣ ਉਸ ਸ੍ਰੀ ਰਾਗ ਦੇ ਅੰਦਰ ਜਿਹੜਾ ਗੁਰੂ ਸਾਹਿਬ ਜੀ ਨੇ ਪਾਂਧੇ ਪ੍ਰਤੀ ਸ਼ਬਦ ਉਚਾਰਨ ਕੀਤਾ ਸੀ ਨਾ, ਉਸ ਦਾ ਦੂਜਾ ਬੰਦ ਹੁਣ ਪਾਤਸ਼ਾਹ ਜੀ ਉਸ ਪਾਂਧੇ ਨੂੰ ਸੁਣਾਉਣਾ ਕਰਦੇ ਨੇ, ਪਾਂਧੇ ਨੂੰ ਸਮਝਾਉਣਾ ਕਰਦੇ ਨੇ। ਪਾਤਸ਼ਾਹ ਜੀ ਆਖਦੇ ਨੇ ਵੀ ਜਿੱਥੇ ਮਿਲੇ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ। ਕਹਿੰਦੇ ਵੀ ਜਿੱਥੇ ਵਡਿਆਈਆਂ ਮਿਲਦੀਆਂ ਨੇ ਉੱਥੇ ਸਦਾ ਵਾਸਤੇ ਜਿਹੜੀ ਪ੍ਰਸੰਨਤਾ ਮਿਲਦੀ ਹੈ, ਟਿਕਾ ਵਾਸਤੇ, ਤੇ ਸਦੀਵੀ ਤੌਰ ਦੇ ਉੱਤੇ ਉਤਸ਼ਾਹ ਪ੍ਰਦਾਨ ਹੁੰਦੇ ਨੇ। ਤੇ ਜਿਨ੍ਹਾਂ ਦੇ ਦਿਲਾਂ ਦੇ ਵਿੱਚ, ਜਿਨ੍ਹਾਂ ਦੇ ਮਨ ਦੇ ਵਿੱਚ ਸੱਚਾ ਨਾਮ ਹੈ। ਦੁਨਿਆਵੀ ਤੌਰ ਦੇ ਉੱਤੇ ਅਸੀਂ ਦੇਖਦੇ ਹਾਂ ਕੋਈ ਮਨੁੱਖ ਕੋਈ ਚੰਗਾ ਕਾਰਜ ਕਰਦਾ, ਮੰਨ ਲਓ ਉਸ ਨੂੰ ਕੋਈ ਵਡਿਆਈ ਵੀ ਦਿੰਦਾ, ਉਸ ਦੀ ਕੋਈ ਸ਼ੋਭਾ ਵੀ ਕਰਦਾ, ਉਹ ਸ਼ੋਭਾ ਸਦੀਵੀ ਨਹੀਂ ਹੈ। ਸਮਾਂ ਪੈਣ ਦੇ ਨਾਲ ਨਾਲ ਉਸ ਦਾ ਵਿਰੋਧ ਹੋਣਾ ਵੀ ਸ਼ੁਰੂ ਹੋ ਜਾਂਦਾ, ਜਾਂ ਉਸ ਦੀ ਜਿਹੜੀ ਉਹ ਸ਼ੋਭਾ ਹੋਈ ਸੀ ਨਾ, ਉਸ ਦੇ ਮਰਨ ਤੋਂ ਬਾਅਦ ਉਹ ਸ਼ੋਭਾ ਵੀ ਜਾਂਦੀ ਲੱਗਦੀ। ਇਸੇ ਤਰ੍ਹਾਂ ਇੱਥੇ ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ ਵੀ ਜਿਹੜੇ ਅਸਲ ਦੇ ਵਿੱਚ ਗੁਰੂ ਦੇ ਪੂਰਨ ਸਿੱਖ ਬਣ ਗਏ ਨੇ ਨਾ, ਜਿਨ੍ਹਾਂ ਨੇ ਮਨ ਦੇ ਵਿੱਚ ਸਿੱਖੀ ਦੀ ਵਿਚਾਰਧਾਰਾ ਨੂੰ ਅਪਣਾਇਆ ਹੈ, ਸਿੱਖੀ ਦੇ ਫਲਸਫੇ ਦੇ ਉੱਤੇ ਚੱਲਣਾ ਸ਼ੁਰੂ ਕੀਤਾ ਜਿਨ੍ਹਾਂ ਨੇ, ਫਿਰ ਉਹ ਮਨੁੱਖ ਕਹਿੰਦੇ ਨੇ ਵੀ ਉਹਨਾਂ ਨੂੰ ਸਦਾ ਵਾਸਤੇ ਪਰਮਾਤਮਾ ਦੇ ਵੱਲੋਂ ਵਡਿਆਈਆਂ ਮਿਲਦੀਆਂ ਨੇ, ਪਰਮਾਤਮਾ ਦੇ ਵੱਲੋਂ ਬਖਸ਼ਿਸ਼ਾਂ ਮਿਲਦੀਆਂ ਨੇ, ਪਰਮਾਤਮਾ ਦੇ ਵੱਲੋਂ ਹੀ ਖੁਸ਼ੀਆਂ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਨੇ। ਤਿੰਨ ਮੁਖ ਟਿੱਕੇ ਨਿਕਲੇ ਜਿਨ ਮਨ ਸੱਚਾ ਨਾਉ, ਕਿ ਜਿਨ੍ਹਾਂ ਦੇ ਮਨਾਂ ਦੇ ਵਿੱਚ ਪਰਮਾਤਮਾ ਦਾ ਨਾਮ ਹੈ ਨਾ, ਜਿਨ੍ਹਾਂ ਨੇ ਆਪਣੇ ਮਨਾਂ ਦੇ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਧਾਰਨ ਕਰਨੀ, ਜਿਹੜੇ ਗੁਰੂ ਅਨੁਸਾਰੀ ਜੀਵਨ ਜਿਉਣਾ ਸ਼ੁਰੂ ਕਰ ਦਿੱਤਾ, ਕਹਿੰਦੇ ਫਿਰ ਉਹਨਾਂ ਦੇ ਚਿਹਰੇ ਦੇ ਉੱਤੇ ਕਹਿੰਦੇ ਨੇ ਵੀ ਜਿਸ ਤਰ੍ਹਾਂ ਆਮ ਤੌਰ ਦੇ ਉੱਤੇ ਕਿਸੇ ਮਨੁੱਖ ਨੂੰ ਵਡਿਆਈ ਦਿੰਦੀ ਨਾ, ਤਾਂ ਦੁਨਿਆਵੀ ਤੌਰ ਦੇ ਉੱਤੇ ਉਸ ਨੂੰ ਟਿੱਕਾ ਲਗਾਇਆ ਜਾਂਦਾ, ਤਿਲਕ ਲਗਾਏ ਜਾਂਦੇ ਨੇ। ਕਹਿੰਦੇ ਇਸੇ ਤਰ੍ਹਾਂ ਫਿਰ ਉਸ ਮਨੁੱਖ ਨੂੰ ਤਿਲਕ ਲੱਗਦੇ ਨੇ, ਭਾਵ ਉਸ ਨੂੰ ਬਖਸ਼ਿਸ਼ਾਂ ਮਿਲਦੀਆਂ ਨੇ, ਉਸ ਨੂੰ ਸੋਭਾ ਮਿਲਦੀ ਪਰਮਾਤਮਾ ਦੇ ਦਰ ਦੇ ਉੱਤੋਂ। ਕਰਮ ਮਿਲੇ ਤਾਂ ਪਾਈਐ ਨਾਹੀਂ ਗੱਲੀ ਬਹੁਤ। ਕਹਿੰਦੇ ਵੀ ਜੇ ਰੱਬ ਦੀ ਮਿਹਰ ਹੋ ਜਾਵੇ, ਜੇ ਮਨੁੱਖ ਰੱਬ ਦੀ ਮਿਹਰ ਦਾ ਪਾਤਰ ਹੋ ਜਾਵੇ, ਉਦੋਂ ਵੀ ਇਹੋ ਜਿਹੀਆਂ ਵਡਿਆਈਆਂ ਮਿਲਦੀਆਂ ਨੇ। ਕਹਿੰਦੇ ਪਰ ਵਿਹਲੀਆਂ ਗੱਲਾਂ ਦੇ ਨਾਲ ਗੱਲੀ ਵਾਓ ਦੁਆਓ, ਗੱਲਾਂ ਦੇ ਨਾਲ, ਕੱਲਾ ਗੱਲਾਂ ਦੇ ਨਾਲ ਹੀ ਪਰਮਾਤਮਾ ਦੀਆਂ ਜਿਹੜੀਆਂ ਨੇ ਉਸ ਦੀਆਂ ਬਖਸ਼ਿਸ਼ਾਂ ਦਾ ਪਾਤਰ ਨਹੀਂ ਬਣਿਆ ਜਾ ਸਕਦਾ। ਜੇਕਰ ਗੁਰੂ ਦੀ ਸ਼ਰਨ ਦੇ ਵਿੱਚ ਆਏ ਆ ਨਾ, ਗੁਰੂ ਅਨੁਸਾਰੀ ਜੀਵਨ ਜਿਉਣਾ ਸ਼ੁਰੂ ਕਰਾਂਗੇ ਤਾਂ ਗੁਰੂ ਵੱਲੋਂ ਬਖਸ਼ਿਸ਼ਾਂ ਵੀ ਮਿਲਣਗੀਆਂ, ਗੁਰੂ ਦੀ ਬਖਸ਼ਿਸ਼ ਦੇ ਪਾਤਰ ਵੀ ਬਣਾਂਗੇ। ਪਰ ਜਦੋਂ ਤੱਕ ਅਸੀਂ ਇਕੱਲਾ ਉਸ ਨੂੰ ਸੁਣ ਕੇ ਹੀ ਜਾ ਰਹੇ ਹਾਂ, ਉਸ ਦੀ ਵਿਚਾਰਧਾਰਾ ਨੂੰ ਮੰਨਣ ਲਈ ਤਿਆਰ ਨਹੀਂ, ਉਦੋਂ ਤੱਕ ਕਹਿੰਦੇ ਇਹ ਸਾਰਾ ਕੁਝ ਗੱਲਾਂ ਦੇ ਨਾਲ ਗੱਲੀ ਜੋਗ ਨਾ ਹੋਈ। ਗੱਲਾਂ ਦੇ ਨਾਲ ਹੀ ਸਾਰਾ ਕੁਝ ਨਹੀਂ ਹੋ ਸਕਦਾ, ਗੱਲਾਂ ਦੇ ਨਾਲ ਹੀ ਗੁਰੂ ਦੇ ਅਸੀਂ ਸਨਮੁਖ ਨਹੀਂ ਹੋ ਸਕਦੇ। ਚੋਪਈ ਨਹਿ ਪਾਂਦਾ ਉਰਤਾਰੋ ਐਸੇ, ਅਗਿਆਨੀ ਨਰਮਰ ਹੈ ਜੈਸੇ। ਕਹਿੰਦੇ ਹੇ ਪਾਂਦੇ, ਇਸ ਵਿਚਾਰਧਾਰਾ ਨੂੰ ਹਿਰਦੇ ਦੇ ਵਿੱਚ ਇਸ ਤਰ੍ਹਾਂ ਧਾਰਨ ਕਰੋ ਕਿ ਜਿਸ ਤਰ੍ਹਾਂ ਇੱਕ ਮੂਰਖ ਵਿਅਕਤੀ ਕਹਿੰਦੇ ਜਿਹੜਾ ਮਰ ਜਾਂਦਾ ਹੈ। ਕਿਵੇਂ? ਸਹਿ ਸ਼ੋਕਣ ਸੋ ਮਰਨਾ ਤਿਨ ਕੋ, ਜਨਮ ਜੋਨ ਪੁਨ ਪੁਨ ਤਿਨ ਗਨ ਕੋ। ਕਹਿੰਦੇ ਜਦੋਂ ਕੋਈ ਮੂਰਖ ਵਿਅਕਤੀ ਨਾ ਚੜ੍ਹਾਈ ਕਰਦਾ, ਮੂਰਖ ਵਿਅਕਤੀ ਮਰਦਾ ਹੈ, ਸਾਰੇ ਦੁੱਖ ਜਿਹੜੇ ਨੇ ਉਸ ਦੇ ਜੀਵਨ ਦੇ ਵਿੱਚ ਉਸ ਦੇ ਨਾਲ ਹੀ ਚਲੇ ਜਾਂਦੇ ਨੇ। ਤੇ ਪਰ ਫਿਰ ਵੀ ਉਹ ਮੂਰਖ ਮਨੁੱਖ ਮਨ ਦੇ ਮਗਰ ਲੱਗਾ ਹੋਣ ਦੇ ਕਾਰਨ ਆਤਮਿਕ ਤੌਰ ਦੇ ਉੱਤੇ ਵੀ ਬਾਰ-ਬਾਰ ਜਨਮ ਦਾ ਮਰਦਾ ਹੈ। ਭਾਵ ਉਹ ਜਨਮਾਂ ਦੇ ਗੇੜਾਂ ਦੇ ਵਿੱਚ, ਜਨਮ ਮਰਨ ਦੇ ਗੇੜ ਦੇ ਵਿੱਚ ਪਿਆ ਰਹਿੰਦਾ ਹੈ। ਤੇ ਇਸੇ ਤਰ੍ਹਾਂ ਕਹਿੰਦੇ ਉਸ ਦੇ ਪੂਰਨ ਜਨਮਾਂ ਦੀ ਗਿਣਤੀ ਨਹੀਂ ਹੋ ਜਾਂਦੀ। ਨਿਤ ਚਿਤ ਹਰਖਤ ਸੰਤ ਸੁਖ ਹੈ ਨਾ, ਜਮਦੂਤਨ ਤੇ ਤਿਨ ਮਨ ਪਹਿਨਾ। ਕਹਿੰਦੇ ਪਰ ਜਿਹੜੇ ਸੰਤ ਪੁਰਸ਼ ਨੇ ਨਾ, ਜਿਹੜੇ ਮਹਾਪੁਰਸ਼ ਨੇ,
ਉਹ ਸਦਾ ਵਾਸਤੇ ਸੁਖੀ ਰਹਿੰਦੇ ਨੇ, ਸਦਾ ਵਾਸਤੇ ਖੁਸ਼ੀਆਂ ਮਾਣਦੇ ਨੇ। ਕਿਉਂ? ਕਿਉਂਕਿ ਉਹਨਾਂ ਦੇ ਮਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਵਿਕਾਰ ਦਾ ਪ੍ਰਭਾਵ ਨਹੀਂ ਰਹਿੰਦਾ। ਆਮ ਤੌਰ ਦੇ ਉੱਤੇ ਅਸੀਂ ਜਦੋਂ ਮਨ ਦੇ ਮਗਰ ਲੱਗ ਕੇ ਨਾ ਕਾਰਜ ਕਰਦੇ ਹਾਂ, ਮਨ ਦੇ ਅਨੁਸਾਰੀ ਜੀਵਨ ਜਿਉਣਾ ਸ਼ੁਰੂ ਕਰਦੇ ਹਾਂ, ਤਾਂ ਅਸੀਂ ਜ਼ਿਆਦਾ ਖੱਜਲ ਖੁਆਰ ਉਦੋਂ ਹੀ ਹੁੰਦੇ ਹਾਂ। ਕਿਉਂਕਿ ਮਨ ਦੀਆਂ ਇੱਛਾਵਾਂ, ਮਨ ਦੇ ਫੁਰਨੇ ਵੱਧ ਨੇ। ਜਿਹੋ ਜਿਹੀਆਂ ਮਨ ਦੀਆਂ ਇੱਛਾਵਾਂ ਵੱਧਦੀਆਂ ਜਾਂਦੀਆਂ, ਮਨੁੱਖ ਉਸੇ ਤਰ੍ਹਾਂ ਸਰੀਰਕ ਤੌਰ ਦੇ ਉੱਤੇ ਕੰਮ ਕਰਦਾ ਜਾਂਦਾ। ਮਨ ਦੇ ਵਿੱਚ ਲਾਲਚ ਆ ਗਿਆ, ਉਸ ਲਾਲਚ ਦੀ ਪੂਰਤੀ ਲਈ ਮਨੁੱਖ ਕਿਸੇ ਨਾ ਕਿਸੇ ਦਾ ਕਤਲ ਕਰਨ ਤੱਕ ਵੀ ਚਲਾ ਜਾਂਦਾ, ਹੱਕ ਮਾਰਨ ਦੇ ਲਈ ਵੀ ਚਲਾ ਜਾਂਦਾ। ਮਨ ਦੇ ਵਿੱਚ ਲਾਲਚ ਹੀ ਹੁੰਦਾ ਹੈ ਨਾ। ਇੱਕ ਭਰਾ ਆਪਣੇ ਭਰਾ ਦਾ ਜ਼ਮੀਨ ਜਾਇਦਾਦ ਦੀ ਖਾਤਰ ਕਤਲ ਵੀ ਕਰ ਦਿੰਦਾ। ਹੁਣ ਮਨ ਦੇ ਵਿੱਚ ਜੇਕਰ ਸਬਰ ਸੰਤੋਖ ਹੈ ਤਾਂ ਉਹ ਉਨੇ ਦੇ ਵਿੱਚ ਹੀ ਸੰਤੁਸ਼ਟ ਹੋ ਜਾਵੇਗਾ ਜਿੰਨਾ ਉਸ ਦਾ ਹਿੱਸਾ ਮਿਲਣਾ ਹੈ। ਇਸੇ ਤਰ੍ਹਾਂ ਕਹਿੰਦੇ ਵੀ ਜਿਹੜੇ ਸੰਤ ਪੁਰਸ਼ ਨੇ, ਜਿਨ੍ਹਾਂ ਦੇ ਮਨਾਂ ਦੇ ਵਿੱਚ ਵਿਕਾਰਾਂ ਦਾ ਕਿਸੇ ਵੀ ਤਰ੍ਹਾਂ ਦਾ ਪ੍ਰਭਾਵ ਨਹੀਂ, ਵਿਕਾਰਾਂ ਤੋਂ ਮੁਕਤ ਨੇ ਨਾ, ਫਿਰ ਉਹਨਾਂ ਨੂੰ ਇਹਨਾਂ ਵਿਕਾਰਾਂ ਦਾ, ਇਹਨਾਂ ਜਮਦੂਤਾਂ ਦਾ ਕਿਸੇ ਵੀ ਤਰ੍ਹਾਂ ਦਾ ਭੈ ਨਹੀਂ ਹੁੰਦਾ। ਸਦ ਖੁਸ਼ੀਆਂ ਚਿਤ ਚਾਓ ਕਨੇਰਾ, ਜਪਤ ਨਾਮ ਹਰ ਹੈ ਰਹਿ ਨੇਰਾ। ਕਹਿੰਦੇ ਉਹਨਾਂ ਮਨੁੱਖਾਂ ਦਾ, ਉਹਨਾਂ ਮਹਾਨ ਪੁਰਸ਼ਾਂ ਦਾ ਦਿਲ ਜਿਹੜਾ ਹੈ ਨਾ, ਉਹ ਸਦਾ ਵਾਸਤੇ ਕਹਿੰਦੇ ਖੁਸ਼ੀਆਂ ਦੇ ਨਾਲ ਭਰਿਆ ਰਹਿੰਦਾ ਹੈ। ਉਹ ਮਨੁੱਖ ਆਪਣੇ ਜੀਵਨ ਦੇ ਵਿੱਚ ਹਮੇਸ਼ਾ ਹੀ ਚਾਅ ਚੜਿਆ ਰਹਿੰਦਾ, ਹਮੇਸ਼ਾ ਹੀ ਖੁਸ਼ੀਆਂ ਭਰਿਆ ਜੀਵਨ ਬਤੀਤ ਕਰਦੇ ਨੇ। ਜਪਤ ਨਾਮ ਹਰ ਹੇਰੇ ਨੇਰਾ। ਇਸੇ ਤਰ੍ਹਾਂ ਨਾਮ ਜਪਣ ਕਰਕੇ ਕਹਿੰਦੇ ਪਰਮਾਤਮਾ ਜਿਹੜਾ ਉਹਨਾਂ ਦੇ ਸਦਾ ਹੀ ਨੇੜੇ ਰਹਿੰਦਾ ਹੈ, ਪਰਮਾਤਮਾ ਸਦਾ ਹੀ ਉਹਨਾਂ ਦੇ ਅੰਗ ਸੰਗ ਰਹਿੰਦਾ। ਜਿਹੜੇ ਮਨੁੱਖ ਆਪਣੇ ਜੀਵਨ ਦੇ ਵਿੱਚ ਪਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਕਰਦੇ ਨੇ। ਚਿੱਤ ਅਚਿੰਤ ਤਨ ਤਜ ਜਪ ਜਾਈ, ਆਗੇ ਮਿਲਹਿ ਤਿਨੇ ਵਡਿਆਈ। ਕਹਿੰਦੇ ਵੀ ਜਿਨ੍ਹਾਂ ਦੇ ਹੁਣ ਹਿਰਦੇ ਦੇ ਵਿੱਚ, ਜਿਨ੍ਹਾਂ ਦੇ ਚਿੱਤ ਦੇ ਵਿੱਚ ਉਹਨਾਂ ਨੇ ਆਪਣੇ ਸਰੀਰ ਦਾ ਹੰਕਾਰ ਛੱਡ ਦਿੱਤਾ ਨਾ, ਸਰੀਰ ਦਾ ਮੋਹ ਤਿਆਗ ਦਿੱਤਾ, ਤੇ ਫਿਰ ਉਹਨਾਂ ਨੂੰ ਦੁਨਿਆਵੀ ਤੌਰ ਦੇ ਉੱਤੇ ਵੀ ਵਡਿਆਈਆਂ ਮਿਲਦੀਆਂ ਨੇ, ਤੇ ਉਹ ਫਿਰ ਇਸ ਮੋਹ ਦੇ ਵੱਸ ਪੈ ਕੇ ਨਹੀਂ ਜੀਵਨ ਬਤੀਤ ਕਰਦੇ। ਕਿਉਂਕਿ ਸਾਰੇ ਨੂੰ ਪਤਾ, ਫਿਰ ਉਸ ਮਨੁੱਖ ਨੂੰ ਪਤਾ ਹੈ ਇਹ ਸਰੀਰ ਤਾਂ ਇੱਕ ਨਾ ਇੱਕ ਦਿਨ ਨਾਸ਼ ਹੋ ਜਾਵੇਗਾ। ਜਿਹੜਾ ਸਰੀਰ ਅੱਜ ਹੈ ਨਾ, ਭਲ ਕੇ ਉਮਰ ਬੀਤਦੀ ਦੇ ਨਾਲ ਨਾਲ ਇਹ ਸਰੀਰ ਦੇ ਵਿੱਚ ਉਹੋ ਜਿਹੀ ਤਾਕਤ ਨਹੀਂ ਰਹਿੰਦੀ, ਉਹੋ ਜਿਹਾ ਵੱਲ ਨਹੀਂ ਰਹਿੰਦਾ। ਸਮਾਂ ਪੈਣ ਦੇ ਨਾਲ ਨਾਲ ਇਹ ਸਰੀਰ ਦਾ ਨਾਸ਼ ਹੁੰਦਾ ਜਾਵੇਗਾ, ਸਰੀਰ ਖਤਮ ਹੁੰਦਾ ਜਾਵੇਗਾ। ਪਰ ਜਿਹਨੇ ਅਸਲ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਧਾਰਨ ਕੀਤਾ, ਫਿਰ ਉਹ ਸਦਾ ਵਾਸਤੇ ਇਸ ਜਗਤ ਦੇ ਉੱਤੇ ਵਡਿਆਈਆਂ ਪ੍ਰਾਪਤ ਕਰਦਾ ਹੈ। ਜਸ ਕੇ ਨਿਕਸੇ ਮਸਤਕ ਟੀਕਾ, ਸੋ ਜਨ ਭਜਨ ਮੈਂ ਜਿਨ ਮਨ ਨੀਕਾ। ਕਹਿੰਦੇ ਫਿਰ ਉਹ ਭਲੇ ਪੁਰਸ਼ ਜਿਹੜੇ ਨੇ ਨਾ, ਪਰਮਾਤਮਾ ਦੀ ਦਰਗਾਹ ਦੇ ਵਿੱਚ ਆਦਰ ਮਾਣ ਪਾਉਂਦੇ ਨੇ। ਪਰਮਾਤਮਾ ਦੀ ਦਰਗਾਹ ਦੇ ਵਿੱਚ ਉਹ ਜਿਹੜੇ ਨੇ ਵਡਿਆਈਆਂ ਪ੍ਰਾਪਤ ਕਰਦੇ ਨੇ, ਖੁਸ਼ੀਆਂ ਪ੍ਰਾਪਤ ਕਰਦੇ ਨੇ, ਤੇ ਇਸੇ ਤਰ੍ਹਾਂ ਉਹਨਾਂ ਦੇ ਮੱਥੇ ਦੇ ਉੱਤੇ ਤਿਲਕ ਲੱਗਦੇ ਨੇ। ਭਾਵ ਉਹਨਾਂ ਦੀ ਜੁਗਾਂ ਜੁਗਾਂ ਦੇ ਅੰਦਰ ਸ਼ੋਭਾ ਹੁੰਦੀ ਹੈ। ਦੋਹਰਾ ਸ੍ਰੀ ਪਰਮੇਸ਼ਰ ਅਤ ਦਇਆ, ਜੇ ਨਰ ਪ੍ਰਾਪਤ ਨਾਮ, ਬਾਤੈ ਬਕਨੀ ਬਦਨ ਤੇ ਬਾਤ ਸਰਸ ਬਿਨ ਕਾਮ। ਸ਼੍ਰੀ ਪਰਮੇਸ਼ਰ ਅਤ ਦਇਆ, ਭਾਵ ਜਿਸ ਮਨੁੱਖ ਦੇ ਉੱਤੇ ਪਰਮੇਸ਼ਵਰ ਦੀ, ਪਰਮਾਤਮਾ ਦੀ ਦਇਆ ਹੁੰਦੀ ਹੈ ਨਾ, ਅਤ ਦੀ ਮਿਹਰ ਹੁੰਦੀ ਹੈ। ਜੇ ਨਰ ਪ੍ਰਾਪਤ ਨਾਮ, ਤੇ ਉਸ ਮਨੁੱਖ ਨੂੰ ਫਿਰ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੁੰਦੀ। ਜਿਸ ਦੇ ਉੱਤੇ ਉਸ ਪਰਮਾਤਮਾ ਦੀ ਮਿਹਰ ਹੁੰਦੀ, ਉਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦੀ ਦਾਤ ਪ੍ਰਾਪਤ ਹੁੰਦੀ। ਬਾਤੈ ਬਕਨੀ ਬਦਨ ਤੇ ਬਾਤ ਸਰਸ ਬਿਨ ਕਾਮ। ਕਹਿੰਦੇ ਮੁੱਖ ਤੋਂ ਕੁਝ ਹੋਰ ਗੱਲਾਂ ਕਰਨੀਆਂ, ਤੇ ਜੀਵਨ ਦੇ ਵਿੱਚ ਕੁਝ ਹੋਰ ਹੋਣਾ, ਸਰੀਰਕ ਤੌਰ ਤੇ ਕੁਝ ਹੋਰ ਕਰਕੇ ਦਿਖਾਉਣਾ, ਹੋਰ ਬਣ ਕੇ ਦਿਖਾਉਣਾ, ਤੇ ਮਨ ਦੇ ਵਿੱਚ ਕੁਝ ਹੋਰ ਵਿਚਾਰਾਂ ਚੱਲਣੀਆਂ। ਕਹਿੰਦੇ ਇਹ ਸਾਰਾ ਕੁਝ ਬਿਨ ਕਾਮ, ਭਾਵ ਇਹ ਸਾਰਾ ਕੁਝ ਹੀ ਫਜ਼ੂਲ ਹੈ। ਇਸ ਤਰ੍ਹਾਂ ਪਰਮਾਤਮਾ ਖੁਸ਼ ਨਹੀਂ ਹੁੰਦਾ, ਇਸ ਤਰ੍ਹਾਂ ਪਰਮਾਤਮਾ ਨੂੰ ਅਸੀਂ ਪ੍ਰਾਪਤ ਨਹੀਂ ਕਰ ਸਕਦੇ। ਇਸ ਤਰ੍ਹਾਂ ਗੁਰੂ ਦੇ ਅਸੀਂ ਸ਼ਰਨ ਦੇ ਵਿੱਚ ਕਬੂਲ ਨਹੀਂ ਪੈ ਸਕਦੇ, ਜਦੋਂ ਤੱਕ ਸਾਡੇ ਅੰਦਰ ਦੀ ਕੁਝ ਹੋਰ ਚੱਲ ਰਿਹਾ ਤੇ ਬਾਹਰੀ ਤੌਰ ਦੇ ਉੱਤੇ ਅਸੀਂ ਕੁਝ ਹੋਰ ਕਰਕੇ ਦਿਖਾ ਰਹੇ ਹਾਂ। ਭਾਵ ਜਿਹੜੀ ਇਹ ਦੋ ਭਾਵਨਾਵਾਂ ਨੇ ਨਾ, ਅੰਦਰ ਤੇ ਬਾਹਰ ਵਾਲੀਆਂ, ਇਹ ਕਹਿੰਦੇ ਵੀ ਸਾਰਾ ਕੁਝ ਫਜ਼ੂਲ ਹੈ। ਇਹ ਗੁਰੂ ਸਾਹਿਬ ਜੀ ਪਾਂਧੇ ਨੂੰ ਆਖਦੇ ਨੇ ਵੀ ਜਿਹੜਾ ਕੁਝ ਤੂੰ ਆਪਣੇ ਮਨ ਦੇ ਵਿੱਚ ਧਾਰਨ ਕਰੀ ਬੈਠਾ ਹੈ ਨਾ, ਉਹੋ ਜਿਹਾ ਬਣ ਕੇ ਦਿਖਾਵੇਂਗਾ, ਚਾਹੇ ਉਹ ਮਾੜਾ ਹੀ ਹੈ ਨਾ, ਤਾਂ ਉਹ ਵੀ ਚੰਗਾ ਹੈ। ਜੇਕਰ ਤੂੰ ਅੰਦਰ ਮਾੜਾ ਲੈ ਕੇ ਬੈਠਾ, ਬਾਹਰੀ ਤੌਰ ਦੇ ਉੱਤੇ ਤੂੰ ਚੰਗਾ ਬਣ ਕੇ ਦਿਖਾ ਰਿਹਾ, ਇਹ ਸਾਰਾ ਕੁਝ ਤੇਰਾ ਹੀ ਨੁਕਸਾਨ ਹੈ। ਤੂੰ ਲੋਕਾਂ ਨੂੰ ਤਾਂ ਭਰਮਾ ਸਕਦਾ,
ਪਰ ਇਸ ਦੇ ਨਾਲ ਤੇਰੇ ਮਨ ਦੇ ਵਿੱਚ ਕਦੇ ਵੀ ਸ਼ਾਂਤੀ, ਮਨ ਦੇ ਵਿੱਚ ਕਦੇ ਵੀ ਟਿਕਾ ਨਹੀਂ ਆ ਸਕਦਾ। ਚੌਪਈ ਸੁਣ ਸੁਣ ਸਰੋਣਨ ਬੈਨਣ ਪਾਂਦਾ, ਨਿਜ ਜਿਤ ਇਹ ਲਖ ਮੰਤਰਨ ਪਾਂਦਾ। ਇਸੇ ਤਰ੍ਹਾਂ ਕਹਿੰਦੇ ਵੀ ਆਪਣੇ ਕੰਨਾਂ ਦੇ ਨਾਲ ਪਾਂਦਾ ਗੁਰੂ ਜੀ ਤੋਂ ਸਿਫਤ ਸਲਾਹ ਸੁਣਦਾ ਹੈ, ਗੁਰੂ ਜੀ ਦੀ ਵਿਚਾਰ ਸੁਣਦਾ ਹੈ, ਤਾਂ ਜਦੋਂ ਵਿਚਾਰ ਸੁਣਦਾ ਸੁਣਦਾ ਇੰਨਾ ਕੁ ਮੋਹਿਤ ਹੋ ਜਾਂਦਾ, ਇੰਨਾ ਕੁ ਉਸ ਵਿਚਾਰ ਦੇ ਨਾਲ ਜੁੜ ਜਾਂਦਾ ਵੀ ਜਿਸ ਤਰ੍ਹਾਂ ਕੋਈ ਸਪੇਰਾ ਬੀਨ ਵਜਾਵੇ ਤੇ ਸੱਪ ਉਸ ਬੀਨ ਨੂੰ ਸੁਣ ਕੇ ਉਸ ਵੱਲ ਖਿੱਚਿਆ ਜਾਂਦਾ ਹੈ ਨਾ, ਇਸੇ ਤਰ੍ਹਾਂ ਪਾਂਦਾ ਇਸ ਬਾਲਕ ਦੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜ਼ੁਬਾਨ ਤੋਂ, ਰਸਨਾ ਤੋਂ ਨਿਕਲੇ ਹੋਏ ਬਚਨਾਂ ਨੂੰ ਸੁਣ ਕੇ ਉਹਨਾਂ ਪ੍ਰਤੀ ਆਕਰਸ਼ਿਤ ਹੁੰਦਾ ਹੈ। ਤਯੋ ਤਿਉ ਨਿਮਰ ਹੋਏ ਬਰਬਾਨੀ, ਬੂਝਨ ਹੇਤ ਬਦੇ ਸੁਖਦਾਨੀ। ਇਸੇ ਤਰ੍ਹਾਂ ਕਹਿੰਦੇ ਵੀ ਗੁਰੂ ਸਾਹਿਬ ਜੀ ਉਸ ਪਾਂਦੇ ਨੂੰ ਸਮਝਾਉਣ ਦੇ ਲਈ ਨਾ ਆਪਣੇ ਮੁਖ ਤੋਂ, ਆਪਣੀ ਰਸਨਾ ਤੋਂ ਸ੍ਰੇਸ਼ਟ ਬਾਣੀ ਉਚਾਰਦੇ ਨੇ, ਤਾਂ ਜੋ ਉਸ ਮਨੁੱਖ ਦਾ ਵੀ, ਉਸ ਪਾਂਦੇ ਦਾ ਵੀ ਇਸ ਸੰਸਾਰ ਤੋਂ ਪਾਰ ਉਤਾਰਾ ਹੋ ਸਕੇ। ਅੱਜ ਦੇ ਇਸ ਪ੍ਰਸੰਗ ਦੇ ਵਿੱਚ ਜੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਅਤੇ ਪਾਂਦੇ ਦੇ ਪ੍ਰਤੀ ਵਿਚਾਰ ਚਰਚਾ ਹੈ, ਜੋ ਸ਼ਬਦ ਗੁਰੂ ਸਾਹਿਬ ਜੀ ਨੇ ਪਾਂਦੇ ਪ੍ਰਤੀ ਉਚਾਰਨ ਕੀਤਾ, ਹੁਣ ਪਾਂਦਾ ਗੁਰੂ ਸਾਹਿਬ ਜੀ ਦੇ ਅੱਗੇ ਬੇਨਤੀ ਕਰਦਾ ਵੀ ਮੇਰੇ ਕੋਲ ਹੁਣ ਰੁਕਿਆ ਨਹੀਂ ਜਾਂਦਾ, ਮੇਰੇ ਮਨ ਦੇ ਅੰਦਰ ਟਿਕਾ ਨਹੀਂ ਆ ਰਿਹਾ, ਤੁਹਾਡੀ ਬਾਣੀ ਜਿਹੜੀ ਹੈ ਟਿਕਾ ਦੇਣ ਵਾਲੀ ਹੈ। ਤੁਹਾਡੀ ਬਾਣੀ ਦੇ ਨਾਲ ਮੇਰੇ ਮਨ ਨੂੰ ਸ਼ਾਂਤੀ ਮਿਲਦੀ, ਮੇਰੇ ਮਨ ਨੂੰ ਸੁੱਖ ਪ੍ਰਦਾਨ ਹੁੰਦਾ, ਤੁਸੀਂ ਕਿਰਪਾ ਕਰੋ ਹੋਰ ਬਚਨ ਉਚਾਰਨ ਕਰੋ। ਤਾਂ ਉਸੇ ਸ਼ਬਦ ਦਾ ਦੂਜਾ ਬੰਦ ਗੁਰੂ ਸਾਹਿਬ ਜੀ ਫਿਰ ਉਸ ਪਾਂਦੇ ਨੂੰ ਸੁਣਾਉਣਾ ਕਰਦੇ ਨੇ ਤੇ ਉਸ ਨੂੰ ਸਮਝਾਉਣਾ ਕਰਦੇ ਨੇ ਕਿ ਦੁਨਿਆਵੀ ਤੌਰ ਦੇ ਉੱਤੇ ਮਨੁੱਖ ਨੂੰ ਜਦੋਂ ਵਡਿਆਈਆਂ ਮਿਲਦੀਆਂ ਨੇ ਨਾ, ਉਹ ਵਡਿਆਈਆਂ ਸਦੀਵੀ ਨਹੀਂ। ਇਸੇ ਤਰ੍ਹਾਂ ਜੇਕਰ ਦੁਨਿਆਵੀ ਤੌਰ ਦੇ ਉੱਤੇ ਤੂੰ ਮਾਣ ਹਾਸਲ ਕਰਦਾ, ਜੇਕਰ ਪਰਮਾਤਮਾ ਦੀ ਦਰਗਾਹ ਦੇ ਵਿੱਚ ਮਾਣ ਹਾਸਲ ਕਰਨਾ ਚਾਹੁੰਦਾ ਹੈ ਨਾ, ਉਸ ਦੇ ਦਰ ਦੇ ਤੋਂ ਵਡਿਆਈ ਲੈਣੀ ਚਾਹੁੰਦਾ ਹੈ, ਤਾਂ ਤੂੰ ਅੰਦਰੋਂ ਤੇ ਬਾਹਰੋਂ ਜਿਹੜੀ ਭਾਵਨਾ ਇੱਕ ਰੱਖ, ਆਪਣੇ ਅੰਦਰ ਦੋਗਲਾਪਨ ਛੱਡ ਦੇ। ਤੇ ਇਹ ਦੋ ਵਿਚਾਰਧਾਰਾ ਦੇ ਨਾਲ ਤੈਨੂੰ ਪਰਮਾਤਮਾ ਨਹੀਂ ਮਿਲ ਸਕਦਾ, ਤੈਨੂੰ ਵਡਿਆਈ ਨਹੀਂ ਮਿਲ ਸਕਦੀ। ਆਪਣੇ ਜੀਵਨ ਦੇ ਵਿੱਚੋਂ ਲਾਲਚ ਦਾ ਤਿਆਗ ਕਰਕੇ ਇਮਾਨਦਾਰੀ ਦੇ ਨਾਲ, ਸਬਰ ਸੰਤੋਖ ਦੇ ਨਾਲ ਜੀਵਨ ਜਿਉਣਾ ਸ਼ੁਰੂ ਕਰ ਦੇ, ਤਾਂ ਤੈਨੂੰ ਸੱਚਮੁੱਚ ਹੀ ਤੇਰੇ ਮਨ ਦੇ ਵਿੱਚ ਟਿਕਾ ਆ ਜਾਵੇਗਾ। ਫਿਰ ਜਦੋਂ ਧਰਮਰਾਜ ਤੇਰਾ ਲੇਖਾ ਮੰਗੇਗਾ ਨਾ, ਤੇਰੇ ਪੱਲੇ ਨਿਰਾਸ਼ਤਾ ਨਹੀਂ ਪਵੇਗੀ। ਤੇਰੇ ਅੰਦਰ ਸੱਚ ਹੋਵੇਗਾ ਤਾਂ ਧਰਮਰਾਜ ਵੀ ਤੇਰਾ ਸੇਵਕ ਬਣ ਜਾਵੇਗਾ। ਇਹ ਵਿਚਾਰ ਅਸੀਂ ਅੱਜ ਦੇ ਪ੍ਰਸੰਗ ਦੇ ਵਿੱਚ ਸਰਵਣ ਕੀਤੀ ਹੈ। ਰਹਿੰਦੀਆਂ ਵਿਚਾਰਾਂ ਅਸੀਂ ਕੱਲ੍ਹ ਦੇ ਦੀਵਾਨਾਂ ਦੇ ਅੰਦਰ ਸਰਵਣ ਕਰਾਂਗੇ। ਵਿਚਾਰਾਂ ਕਰਦਿਆਂ ਭੁੱਲਾਂ ਹੋ ਜਾਣੀਆਂ ਸੁਭਾਵਿਕ ਨੇ। ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ। ਬਖਸ਼ਦਿਆਂ ਹੋਇਆ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।